ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹਿਲਾ ਪਾਠ ਟਾਈਪਿੰਗ ਟਿਊਟਰ ਸ਼ੁਰੂ ਕਰਾਂਗੇ। ਇਸ ਪਾਠ ਦੇ ਵਿੱਚ ਟੱਚ ਟਾਈਪਿੰਗ ਕੀ ਹੈ, ਕੀਬੋਰਡ ਉੱਤੇ ਉਂਗਲੀਆਂ ਦੀ ਕਿਸ ਤਰ੍ਹਾਂ ਸਥਿਤੀ ਹੋਣੀ ਚਾਹੀਦੀ ਹੈ ਵਧੀਆ ਹੈਂਡ ਟਾਈਪਿੰਗ ਦੇ ਲਈ, ਹੋਮ ਲਾਈਨ, ਦੂਜੀ ਲਾਈਨ, ਤੀਜੀ ਲਾਈਨ ਤੇ ਚੌਥੀ ਲਾਈਨ, ਨੂਮੈਰਿਕ ਕੀਪੈਡ ਕੀ ਹੁੰਦਾ ਹੈ, ਕੀਬੋਰਡ ਦੀਆਂ ਮਹੱਤਵਪੂਰਨ ਕੀਜ਼ ਕੀ ਹੁੰਦੀਆਂ ਹਨ, ਕਿਹੜੀਆਂ ਹੁੰਦੀਆਂ ਹਨ, ਅਨਮੋਲ ਲਿਪੀ ਫੌਂਟ ਰਾਹੀਂ ਪੰਜਾਬੀ ਵਿੱਚ ਟਾਈਪ ਕਰਨਾ, ਟਾਈਪਿੰਗ ਸਪੀਡ ਵਧਾਉਣ ਲਈ ਹਦਾਇਤਾਂ, ਬੈਠਣ ਦਾ ਸਹੀ ਤਰੀਕਾ ਤੇ ਲਗਾਤਾਰ ਟਾਈਪਿੰਗ ਕਰਨ ਉਪਰੰਤ ਹੋਣ ਵਾਲੇ ਤਣਾਅ ਅਤੇ ਬੇਆਰਾਮੀ ਤੋਂ ਬਚਣ ਲਈ ਕੁਝ ਸੁਝਾਅ। ਇਸ ਪਾਠ ਵਿੱਚ ਅਸੀਂ ਟਾਈਪਿੰਗ ਵਿੱਚ ਮਹਾਰਤ ਹਾਸਲ ਕਰਨ ਦੇ ਤਰੀਕੇ ਸਿੱਖਾਂਗੇ। ਇਸ ਦੇ ਨਾਲ ਹੀ ਅਸੀਂ ਕੀਬੋਰਡ ਦੀ ਸਹੀ ਵਰਤੋਂ ਕਰਨੀ, ਕੀਬੋਰਡ ਉੱਤੇ ਉਂਗਲੀਆਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ। ਟਾਈਪਿੰਗ ਟਿਊਟਰ ਇੱਕ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਟੱਚ ਟਾਈਪਿੰਗ ਕਰਨਾ ਸਿੱਖਦੇ ਹਾਂ। ਹੁਣ ਇਸ ਪਾਠ ਦਾ ਟੀਚਾ ਹੈ ਕਿ ਤੁਸੀਂ ਟਾਈਪਿੰਗ ਦੇ ਵਿੱਚ ਕਿਵੇਂ ਮਹਾਰਤ ਹਾਸਲ ਕਰ ਸਕਦੇ ਹੋ, ਕਿਵੇਂ ਆਪਦੀ ਟੀਚਿੰਗ ਟਾਈਪਿੰਗ ਫਾਸਟ ਕਰ ਸਕਦੇ ਹੋ। ਪਹਿਲਾਂ ਗੱਲ ਕਰਾਂਗੇ ਟੱਚ ਟਾਈਪਿੰਗ। ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਬਿਨਾਂ ਕੀਬੋਰਡ ਨੂੰ ਦੇਖੇ ਪੜਾਅ ਦਰ ਪੜਾਅ ਆਪਣੀਆਂ ਸਾਰੀਆਂ ਉਂਗਲੀਆਂ ਦੀ ਵਰਤੋਂ ਕਰਕੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ। ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਕੁਝ ਲੋਕ ਟਾਈਪ ਕਰਨ ਵੇਲੇ ਆਪਣੀਆਂ ਉਂਗਲੀਆਂ ਤੇ ਕੀਬੋਰਡ ਵੱਲ ਦੇਖਦੇ ਹਨ ਕਿ ਕਿਹੜੀ ਕੀ ਟਾਈਪ ਹੋ ਰਹੀ ਹੈ। ਇਸ ਪਾਠ ਦੇ ਵਿੱਚ ਅਸੀਂ ਉਸੇ ਤਰੀਕੇ ਨਾਲ ਪੜਾਂਗੇ ਕਿ ਕਿਸ ਤਰ੍ਹਾਂ ਨਾਲ ਅਸੀਂ ਬਿਨਾਂ ਦੇਖੇ, ਕੀਬੋਰਡ ਨੂੰ ਬਿਨਾਂ ਦੇਖੇ, ਸਿਰਫ ਸਕਰੀਨ ਵੱਲ ਦੇਖਦੇ ਹੋਏ ਜਾਂ ਕੁਝ ਸੋਚਦੇ ਹੋਏ ਅਸੀਂ ਸਿੱਧਾ ਟਾਈਪ ਕਿਵੇਂ ਕਰ ਸਕਦੇ ਹਾਂ। ਜੇਕਰ ਅਸੀਂ ਕੀਬੋਰਡ ਨੂੰ ਦੇਖੀਏ ਤਾਂ ਇੱਕ ਕੀ ਲੱਭ ਕੇ ਟਾਈਪਿੰਗ ਕਰਦੇ ਹਾਂ ਤਾਂ ਸਾਡੀ ਟਾਈਪਿੰਗ ਸਪੀਡ ਬਹੁਤ ਘਟ ਜਾਂਦੀ ਹੈ। ਹੇਠ ਲਿਖੇ ਚਿੱਤਰ ਵਿੱਚ ਹੁਣ ਇਸ ਦੇ ਵਿੱਚ ਦੇਖੋ, ਕੀਬੋਰਡ ਦੇ ਦੋ ਭਾਗ ਹਨ ਜੋ ਕਿ ਇੱਕ ਹਰੇ ਰੰਗ ਦੇ ਵਿੱਚ ਦਰਸਾਇਆ ਗਿਆ ਹੈ ਔਰ ਇੱਕ ਗੁਲਾਬੀ ਦੇ ਵਿੱਚ, ਖੱਬਾ ਤੇ ਸੱਜਾ। ਪਹਿਲਾ ਭਾਗ ਖੱਬੇ ਹੱਥ ਲਈ ਤੇ ਦੂਜਾ ਭਾਗ ਸੱਜੇ ਹੱਥ ਲਈ। ਹੁਣ ਅਸੀਂ ਇਸ ਨੂੰ ਕਿਵੇਂ, ਉਂਗਲੀਆਂ ਦੀ ਸਥਿਤੀ ਕਿਵੇਂ ਰੱਖਣੀ ਹੈ। ਖੱਬੇ ਪਾਸੇ ਵਾਲੀਆਂ ਕੀਜ਼ ਖੱਬੇ ਹੱਥ ਦੀਆਂ ਉਂਗਲੀਆਂ ਨਾਲ ਦਬਾਈਆਂ ਜਾਂਦੀਆਂ ਹਨ ਅਤੇ ਇਸੇ ਤਰ੍ਹਾਂ ਸੱਜੇ ਹੱਥ ਵਾਲੀਆਂ ਸੱਜੇ ਹੱਥ ਨਾਲ। ਕੀਬੋਰਡ ਦੀਆਂ ਮੁੱਖ 4 ਲਾਈਨਾਂ ਹੁੰਦੀਆਂ ਹਨ। ਦੋਹਾਂ ਹੱਥ ਦੀਆਂ ਉਂਗਲੀਆਂ ਨੂੰ A ਤੋਂ ਸ਼ੁਰੂ ਹੋਣ ਵਾਲੀਆਂ ਲਾਈਨਾਂ ਉੱਤੇ ਰੱਖਿਆ ਜਾਂਦਾ ਹੈ। ਮਤਲਬ ਤੁਸੀਂ ਆਪਣਾ ਹੱਥ ਮਿਡਲ ਲਾਈਨ ਤੇ ਹੋਮ ਰੋ ਦੇ ਉੱਤੇ ਰੱਖਣਾ ਹੈ, ਜਿਹੜੀ A ਤੋਂ ਸ਼ੁਰੂ ਹੁੰਦੀ ਹੈ, ਜੋ ਕਿ ਇਸ ਪਿਕਚਰ ਵਿੱਚ ਦਿਖਾਈ ਗਈ ਹੈ, ਸੈਂਟਰ ਵਾਲੀ। ਉੱਪਰਲੀ ਜਾਂ ਹੇਠਲੀ ਲਾਈਨ ਦੇ ਕਿਸੇ ਕੀ ਨੂੰ ਦਬਾਉਣ ਉਪਰੰਤ ਉਂਗਲਾਂ ਫਿਰ ਇਸੇ ਲਾਈਨ ਉੱਤੇ ਵਾਪਸ ਆ ਜਾਂਦੀਆਂ ਹਨ। ਮਤਲਬ ਤੁਸੀਂ ਟਾਈਪ ਕਰਨ ਉਪਰੰਤ ਜੇ ਤੁਸੀਂ Q, W ਜਾਂ 3 ਜਾਂ 4 ਦੱਬਿਆ ਹੈ ਤਾਂ ਉਂਗਲਾਂ ਵਾਪਸ ਉੱਥੇ ਆਉਣੀਆਂ ਚਾਹੀਦੀਆਂ ਇਹ ਲਾਈਨ ਦੇ ਉੱਤੇ, ਤਾਂ ਜੋ ਲਾਈਨ ਸਥਿਤੀ ਬਣੀ ਰਹੇ। ਇਹ ਕਰਨਾ ਹੈ ਕਿ ਲਾਈਨ ਹੋਮ ਰੋ ਕੀ ਕਿਹਾ ਜਾਂਦਾ ਹੈ। ਠੀਕ ਹੈ, ਹੋਮ ਮਤਲਬ ਜਿੱਥੇ ਵਾਪਸ ਆ ਜਾਣਾ ਹੈ। ਸੋ ਇਹਨਾਂ ਉਂਗਲੀਆਂ ਦੀ ਸਥਿਤੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਹੁਣ ਇਸ ਪਿਕਚਰ ਦੇ ਵਿੱਚ ਧਿਆਨ ਨਾਲ ਦੇਖੋ, ਚੀਚੀ ਦੇ ਨਾਲ, ਸਭ ਤੋਂ ਛੋਟੀ ਉਂਗਲੀ ਦੇ ਨਾਲ ਆਹ ਕੀਜ਼ ਨੂੰ ਜ਼ਿਆਦਾ ਫੋਕਸ ਕੀਤਾ ਗਿਆ ਹੈ ਅਤੇ ਫਿਰ ਆਹ ਰੋ ਇਸ ਉਂਗਲੀ ਨਾਲ। ਜਿਵੇਂ ਜਿਵੇਂ ਨੋਹਾਂ ਦੇ ਉੱਤੇ ਰੰਗ ਲਾਇਆ ਹੋਇਆ ਹੈ ਉਸੇ ਰੰਗ ਦੇ ਮੁਤਾਬਿਕ ਜੇ ਤੁਸੀਂ ਇਸੇ ਉਂਗਲੀਆਂ ਨਾਲ ਆਹ ਰੋ ਨੂੰ ਟਾਈਪ ਕਰੋਗੇ ਤਾਂ ਆਟੋਮੈਟਿਕਲੀ ਤੁਹਾਨੂੰ ਕੀਬੋਰਡ ਟਾਈਪਿੰਗ ਫਾਸਟ ਹੋ ਜਾਵੇਗੀ, ਜੋ ਇਸ ਤਰ੍ਹਾਂ ਦੱਸਿਆ ਗਿਆ ਹੈ। ਹੋਮ ਰੋ ਹੇਠ ਦਿੱਤੇ ਚਿੱਤਰ ਵਿੱਚ ਹੋਮ ਰੋ ਉੱਤੇ ਉਂਗਲੀਆਂ ਦੀ ਸਥਿਤੀ ਦਿਖਾਈ ਗਈ ਹੈ। ਆਪਣੀਆਂ ਉਂਗਲੀਆਂ ਹੋਮ ਰੋਜ਼ ਦੀ ਪੋਜੀਸ਼ਨ ਵਿੱਚ ਕੀਬੋਰਡ ਉੱਤੇ ਰੱਖੋ, A, S, D, F। ਹੁਣ ਖੱਬਾ ਹੱਥ ਤੁਸੀਂ A, S, D, F ਤੇ ਰੱਖਣਾ ਹੈ ਤੇ ਸੱਜਾ ਹੱਥ J, K, L ਐਂਡ ਕਾਲਮ ਜਾਂ ਸੈਮੀ ਕਾਲਮ ਦੇ। ਸਭ ਤੋਂ ਪਹਿਲਾਂ ਸਾਡੇ ਖੱਬੇ ਹੱਥ ਦੀ ਚੌਥੀ ਉਂਗਲੀ, ਲਿਟਲ ਫਿੰਗਰ ਜਿਸ ਨੂੰ ਕਹਿੰਦੇ ਹਨ, ਕੀ ਉੱਤੇ A ਕੀ ਉੱਤੇ ਰੱਖਣੀ ਹੈ, ਤੀਸਰੀ S ਤੇ ਦੂਸਰੀ D ਤੇ, ਜੋ ਮੈਂ ਤੁਹਾਨੂੰ ਦੱਸਿਆ ਹੈ ਹੁਣੇ।
ਹੁਣ ਖੱਬਾ ਹੱਥ ASDG ਤੇ ਸੱਜਾ ਹੱਥ ਸੈਮੀਕੋਲਨ L K ਤੇ H। ਦੂਜੀ ਰੋ, ਮੰਨ ਲਵੋ ਸਾਡੀਆਂ ਉਂਗਲੀਆਂ ਹੋਮ ਕੀ ਉੱਤੇ ਸਥਿਤ ਹਨ। ਹੁਣ ਸਾਨੂੰ ਆਪਣੇ ਖੱਬੇ ਹੱਥ ਦੀ ਚੌਥੀ ਉਂਗਲੀ ਲਿਟਲ ਫਿੰਗਰ ਨੂੰ Q ਕੀ ਉੱਤੇ, ਤੀਸਰੀ ਉਂਗਲ ਨੂੰ W ਕੀ ਉੱਤੇ, ਮਤਲਬ ਇੱਕ ਹੋਮ ਰੋ ਦੇ ਉੱਤੇ ਵਾਲੀ ਰੋ ਦੇ ਉੱਤੇ ਮੂਵ ਕਰਨਾ ਹੈ। ਉਸੇ ਦੇ ਮੁਤਾਬਿਕ ਇਹ ਨਹੀਂ ਕਿ ਅਲੱਗ-ਅਲੱਗ ਉਂਗਲੀ ਕਰਨੀ ਹੈ, ਜਿਹੜੀ ਉਂਗਲੀ ਨੂੰ ਉਸ ਦੇ ਉੱਤੇ ਵਾਲੀ ਕੀ ਦੇ ਉੱਤੇ ਹੀ ਲੈ ਕੇ ਜਾਣਾ ਹੈ। ਵਾਰੀ-ਵਾਰੀ ਦੇਖੋ, ਖੱਬੇ ਹੱਥ ਨੂੰ QWET ਤੇ ਸੱਜੇ ਹੱਥ ਨੂੰ POI and Y ਤੇ। ਤੀਜੀ ਰੋ, ਮੰਨ ਲਵੋ ਕਿ ਸਾਡੀਆਂ ਉਂਗਲੀਆਂ ਹੋਮ ਕੀ ਉੱਤੇ ਸਥਿਰ ਹਨ। ਹੁਣ ਇਸ ਦੇ ਵਿੱਚ ਕੀ ਦੱਸਿਆ ਗਿਆ ਹੈ ਕਿ ਤੁਹਾਡੀਆਂ ਉਂਗਲੀਆਂ ਵਾਪਸ ਉਸੇ ਰੋ ਦੇ ਉੱਤੇ ਆ ਜਾਣਗੀਆਂ। ਜਦੋਂ ਤੁਸੀਂ ਉੱਤੇ ਵਾਲੀਆਂ ਰੋਜ਼ ਕੀ ਪ੍ਰੈਸ ਕਰੋਗੇ ਤਾਂ ਆਟੋਮੈਟਿਕਲੀ ਹੋਮ ਰੋ ਤੇ ਆ ਕੇ ਸਥਿਤ ਕਰਨੀਆਂ ਹਨ। ਫਿਰ ਉਸ ਤੋਂ ਬਾਅਦ ਜੇ ਤੁਸੀਂ ਥੱਲੇ ਵਾਲੀ ਰੋ ਟਾਈਪ ਕਰਨੀ ਹੈ ਤਾਂ ਉਸੇ ਤਰੀਕੇ ਨਾਲ ਉਸ ਦੀਆਂ ਥੱਲੇ ਵਾਲੀਆਂ ਰੋਜ਼ ਦੇ ਉੱਤੇ ਕਲਿੱਕ ਕਰਨਾ ਹੈ। ਖੱਬੇ ਹੱਥ ਦੀ ਉਂਗਲੀ Z, X, C, V and B ਤੇ ਸੱਜੇ ਹੱਥ ਦੀ ਉਂਗਲੀ ਸਲੈਸ਼ ਰਿੰਗ ਉਂਗਲੀ M and N ਤੇ। ਇਹ ਸਾਰੇ ਉਸੇ ਰੋ ਦੇ ਥੱਲੇ ਆ ਜਾਂਦੇ। ਚੌਥੀ ਰੋ ਅੰਕਾਂ ਦੀ ਕੀਜ਼ ਨਾਲ ਸੰਬੰਧਿਤ ਹੈ। ਹੁਣ ਤੁਸੀਂ ਅੰਕ ਜਿਹੜੇ ਨਿਊਮੈਰਿਕ ਡਿਜਿਟ ਟਾਈਪ ਕਰਨੇ ਹਨ। ਅੰਕਾਂ ਨੂੰ ਸਹੀ ਕ੍ਰਮ ਵਾਈਜ਼ ਦਬਾਉਣ ਨਾਲ ਇਸ ਤਰੀਕੇ ਨਾਲ ਦਬਾਇਆ ਜਾ ਸਕਦਾ ਹੈ। ਛੋਟੀ ਉਂਗਲੀ ਨਾਲ 1 2 3 4 ਸੱਜੇ ਹੱਥ ਨਾਲ ਤੇ ਖੱਬੇ ਹੱਥ ਨਾਲ 1 2 3 4 5, ਸੱਜੇ ਹੱਥ ਨਾਲ 0 9 8 ਤੇ 6। ਹੁਣ ਨਿਊਮੈਰਿਕ ਕੀਪੈਡ ਕਿਹੜਾ ਹੁੰਦਾ ਹੈ? ਅੰਕਾਂ ਨੂੰ ਦਾਖਲ ਕਰਵਾਉਣ ਲਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਤੇਜ਼ ਤਰੀਕਾ ਹੈ ਨਿਊਮੈਰਿਕ ਕੀਪੈਡ। ਪਹਿਲਾਂ ਵਾਲੇ ਕੀਪੈਡਸ ਦੇ ਉੱਤੇ ਤੇ ਹੁਣ ਵਾਲੇ ਕੀਪੈਡਸ ਕਈ ਵਾਰ ਲੈਪਟਾਪ ਅਤੇ ਕੁਝ ਅਜਿਹੀਆਂ ਡਿਵਾਈਸਿਸ ਉੱਤੇ ਨਿਊਮੈਰਿਕ ਕੀਬੋਰਡ ਅਲੱਗ ਨਹੀਂ ਹੁੰਦਾ, ਬਲਕਿ ਵਿੱਚ ਹੀ ਹੁੰਦਾ ਹੈ। ਬਟ ਕਈ ਕੀਬੋਰਡਸ ਦੇ ਉੱਤੇ ਇਹ ਸਾਈਡ ਤੇ ਇਸ ਤਰ੍ਹਾਂ ਹੁੰਦਾ ਹੈ। ਸਿਰਫ ਅੱਖਰ ਹੁੰਦੇ ਹਨ 1 2 3 4 5 6 7 8 9। ਸੱਜੇ ਹੱਥ ਦਾ ਅੰਗੂਠਾ 0 ਤੇ, ਸੱਜੇ ਹੱਥ ਦਾ ਪਹਿਲੀ ਉਂਗਲ 4 ਤੇ, ਸੱਜੇ ਹੱਥ ਦੀ ਦੂਸਰੀ ਉਂਗਲ 5 ਉੱਤੇ ਤੇ ਸੱਜੇ ਹੱਥ ਦੀ ਤੀਸਰੀ ਉਂਗਲ 6 ਉੱਤੇ ਰੱਖੋ। ਔਰ ਇਸੇ ਤਰ੍ਹਾਂ ਹੀ ਤੁਸੀਂ ਇਹਨਾਂ ਨੂੰ ਤੇਜ਼ ਟਾਈਪ ਕਰਨਾ ਵੀ ਸਿੱਖ ਜਾਓਗੇ। ਨੰਬਰ ਪੈਡ ਵਰਤਣ ਲਈ ਨਮ ਲੌਕ ਬਟਨ ਦਬਾਉਣਾ ਜ਼ਰੂਰੀ ਹੈ। ਇੱਥੇ ਵਾਲਾ ਨਮ ਲੌਕ, ਜੇ ਤੁਸੀਂ ਕੀਬੋਰਡ ਕੀਪੈਡ ਯੂਜ਼ ਕਰਨਾ ਹੈ ਤਾਂ ਨਮ ਲੌਕ ਦਾ ਆਪਸ਼ਨ ਔਨ ਹੋਣੀ ਚਾਹੀਦੀ ਹੈ, ਇਸ ਨੂੰ ਦਬਾਉਣਾ ਜ਼ਰੂਰੀ ਹੈ। ਕੀਬੋਰਡ ਦੀਆਂ ਕੁਝ ਖਾਸ ਕੀਜ਼, ਸਪੇਸ ਬਾਰ ਜੋ ਦੋ ਸ਼ਬਦਾਂ ਵਿੱਚ ਖਾਲੀ ਥਾਂ ਜਾਂ ਸਪੇਸ ਛੱਡਣ ਲਈ ਵਰਤੀ ਜਾਂਦੀ ਹੈ। ਐਂਟਰ ਕੀ, ਇਹ ਕੀ ਨਵੀਆਂ ਲਾਈਨਾਂ ਤੇ ਜਾਣ ਲਈ ਵਰਤੀ ਜਾਂਦੀ ਹੈ। ਐਂਟਰ ਕੀ ਦਬਾਉਣ ਲਈ ਅਸੀਂ ਆਪਣੇ ਸੱਜੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਦੀ ਵਰਤੋਂ ਕਰਾਂਗੇ। ਹੁਣ ਇਹ ਸਾਰੀਆਂ ਕੀਜ਼ ਨੂੰ ਦਬਾਉਣ ਲਈ ਖਾਸ ਉਂਗਲ ਜਾਂ ਹੱਥ ਦੀ ਖੱਬੇ ਜਾਂ ਸੱਜੇ ਦੀ ਵਰਤੋਂ ਕਰਨੀ ਹੈ। ਬੈਕ ਸਪੇਸ ਕਿੱਥੇ ਹੁੰਦੀ ਹੈ? ਅਸੀਂ ਇਸ ਲਈ ਸੱਜੇ ਹੱਥ ਦੀ ਛੋਟੀ ਉਂਗਲੀ ਦੀ ਵਰਤੋਂ ਕਰਾਂਗੇ। ਸ਼ਿਫਟ ਕੀ ਦੋਨੇ ਸਾਈਡ ਤੇ ਹੁੰਦੀ ਹੈ। ਇਹ ਕੀਬੋਰਡ ਦੇ ਦੋਵੇਂ ਪਾਸੇ ਲੱਗੀ ਹੁੰਦੀ ਹੈ। ਇਹ ਵੱਡੇ ਅੱਖਰ ਕੈਪੀਟਲ ਲੈਟਰ ਲਿਖਣ ਲਈ ਵਰਤੀ ਜਾਂਦੀ ਹੈ। ਤੁਸੀਂ ਕੋਈ ਵੀ ਟਾਈਪਿੰਗ ਦੇ ਵਿੱਚ ਕੋਈ ਵੀ ਇੱਕ ਅੱਖਰ ਵੱਡਾ ਪਾਉਣਾ ਹੈ ਤਾਂ ਸ਼ਿਫਟ ਦਬ ਕੇ ਉਸ ਨੂੰ ਪ੍ਰੈਸ ਕਰੋਗੇ ਤਾਂ ਉਹ ਅੱਖਰ ਵੱਡਾ ਪੈ ਜਾਵੇਗਾ। ਜਾਂ ਫਿਰ ਤੁਸੀਂ ਸਪੈਸ਼ਲ ਅੱਖਰ ਪਾਉਣਾ ਹੈ, $, ਇਹ ਵੀ ਸ਼ਿਫਟ ਦਬ ਕੇ ਪੈ ਜਾਣਗੇ। ਇਸੇ ਤਰ੍ਹਾਂ ਸੱਜੇ ਹੱਥ ਨਾਲ ਵੱਡਾ ਅੱਖਰ ਲਿਖਣ ਲਈ ਖੱਬੇ ਹੱਥ ਦੀ ਚੌਥੀ ਉਂਗਲੀ ਨਾਲ ਤੇ ਜੇ ਦੂਜੇ ਪਾਸੇ ਲਿਖਣਾ ਹੈ ਤਾਂ ਖੱਬੇ ਹੱਥ ਨਾਲ। ਕੈਪਸ ਲੌਕ, ਹੁਣ ਜੇ ਇੱਕ ਸ਼ਬਦ ਲਿਖਣਾ ਹੈ ਤਾਂ ਅਸੀਂ ਸ਼ਿਫਟ ਪ੍ਰੈਸ ਕਰਦੇ ਹਾਂ, ਸ਼ਿਫਟ ਦਬ ਕੇ ਦੋਨੇ ਕੀਜ਼ ਨੂੰ ਪ੍ਰੈਸ ਕਰਾਂਗੇ, ਫਿਰ ਉਹ ਵੱਡਾ ਅੱਖਰ ਪੈ ਜਾਵੇਗਾ। ਪਰ ਜੇ ਸਾਰਾ ਕੁਝ ਹੀ ਅਸੀਂ ਕੈਪੀਟਲ ਲੈਟਰਸ ਦੇ ਵਿੱਚ ਲਿਖਣਾ ਹੈ, ਵੱਡੇ ਅੱਖਰਾਂ ਦੇ ਵਿੱਚ, ਤਾਂ ਆਪਾਂ ਕੈਪਸ ਲੌਕ ਔਨ ਕਰ ਲਵਾਂਗੇ ਤੇ ਆਟੋਮੈਟਿਕਲੀ ਉਸ ਨੂੰ ਟਾਈਪ ਕਰਾਂਗੇ, ਸਾਰਾ ਕੁਝ ਵੱਡੇ ਅੱਖਰਾਂ ਛੋੜ ਕੇ। ਹੁਣ ਗੱਲ ਕਰਦੇ ਹਾਂ ਅਨਮੋਲ ਲਿਪੀ ਰਾਹੀਂ ਪੰਜਾਬੀ ਵਿੱਚ ਟਾਈਪਿੰਗ।
ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ ਸਾਨੂੰ ਕਾਗਜ਼ੀ ਕਾਰਵਾਈ ਪੰਜਾਬੀ ਦੇ ਵਿੱਚ ਵੀ ਟਾਈਪ ਕਰਨੀ ਪੈਂਦੀ ਹੈ। ਪਹਿਲਾਂ ਵਾਲੇ ਟਾਈਪਰਾਈਟਰਸ ਦੀ ਸੇਮ ਤਰ੍ਹਾਂ ਹੀ ਕੀਬੋਰਡ ਵਰਤੇ ਜਾਂਦੇ ਹਨ ਤੇ ਉਹਨਾਂ ਦੇ ਵਿੱਚ ਵੀ ਅਲੱਗ-ਅਲੱਗ ਫੌਂਟ ਹੁੰਦੇ ਹਨ। ਅਨਮੋਲ ਲਿਪੀ ਉਹਨਾਂ ਦੇ ਵਿੱਚੋਂ ਇੱਕ ਫੌਂਟ ਹੈ ਜੋ ਸਾਨੂੰ ਆਸਾਨੀ ਨਾਲ ਬਾਕੀ ਫੌਂਟਸ ਨਾਲੋਂ ਆਸਾਨੀ ਨਾਲ ਟਾਈਪ ਕਰਨ ਦੇ ਵਿੱਚ ਮਦਦ ਕਰਦਾ ਹੈ। ਅਨਮੋਲ ਲਿਪੀ ਫੌਂਟ ਰਾਹੀਂ ਅਸੀਂ ਆਸਾਨੀ ਨਾਲ ਪੰਜਾਬੀ ਵਿੱਚ ਟਾਈਪਿੰਗ ਕਰ ਸਕਦੇ ਹਾਂ ਅਤੇ ਅੰਗਰੇਜ਼ੀ ਭਾਸ਼ਾ ਦੀ ਟਾਈਪਿੰਗ ਵਿੱਚ ਵਰਤੀ ਜਾਣ ਵਾਲੀਆਂ ਉਂਗਲੀਆਂ ਦੀ ਸਥਿਤੀ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਵੀ ਟਾਈਪਿੰਗ ਦਾ ਅਭਿਆਸ ਕਰ ਸਕਦੇ ਹਾਂ। ਹੁਣ ਇਸ ਕੀਬੋਰਡ ਨੂੰ ਧਿਆਨ ਨਾਲ ਦੇਖੋ। ਜਿੱਥੇ O Q ਹੈ ਉੱਥੇ ਥੱਥਾ ਅਤੇ ਤੱਤਾ, W ਕੰਨਾ ਜਾਂ ਉੱਤੇ ਬਿੰਦੀ, A ਤੇ ਆੜਾ ਜਾਂ ਊੜਾ। ਜਿਵੇਂ ਆਪਾਂ ਛੋਟੇ ਅੱਖਰ ਤੇ ਵੱਡੇ ਅੱਖਰ ਲਿਖਦੇ ਹਾਂ ਉਸੇ ਤਰ੍ਹਾਂ ਨਾਲ ਹੀ ਇਹ ਕੀਬੋਰਡ ਅਨਮੋਲ ਲਿਪੀ ਕੀਬੋਰਡ ਸੈੱਟ ਕੀਤਾ ਗਿਆ ਹੈ ਔਰ ਇਸੇ ਨਾਲ ਆਮ ਤੌਰ ਤੇ ਪੰਜਾਬੀ ਵਿੱਚ ਵਧੀਆ ਤਰੀਕੇ ਨਾਲ ਤੇ ਸੌਖੇ ਤਰੀਕੇ ਨਾਲ ਲਿਖਿਆ ਜਾ ਸਕਦਾ ਹੈ। ਹੁਣ ਕੁਝ ਟਾਈਪਿੰਗ ਵਧਾਉਣ ਲਈ ਹਦਾਇਤਾਂ। ਸਾਡੇ ਹੱਥ ਜਾਂ ਉਂਗਲਾਂ ਦੀ ਸਥਿਤੀ ਹਮੇਸ਼ਾ ਹੋਮ ਰੋ ਉੱਤੇ ਹੋਣੀ ਚਾਹੀਦੀ ਹੈ। ਹਮੇਸ਼ਾ ਯਾਦ ਰੱਖਿਓ, ਤੁਸੀਂ ਕੁਝ ਵੀ ਟਾਈਪ ਕਰਦੇ ਹੋ ਤਾਂ ਤੁਹਾਡੀ ਸਥਿਤੀ ਵਾਪਸ ਹੋਮ ਰੋ ਤੇ ਆ ਜਾਣੀ ਚਾਹੀਦੀ ਹੈ। ਸਾਨੂੰ ਹਮੇਸ਼ਾ ਇਸ ਸਥਿਤੀ ਤੋਂ ਸ਼ੁਰੂ ਕਰਨਾ ਅਤੇ ਵਾਪਸ ਆਉਣਾ ਚਾਹੀਦਾ ਹੈ। ਸਾਨੂੰ ਹੋਮ ਰੋ ਪੋਜੀਸ਼ਨ ਤੋਂ ਹੋਰਨਾਂ ਕੀਜ਼ ਤੱਕ ਪਹੁੰਚ ਕਰਨੀ ਚਾਹੀਦੀ ਹੈ। ਸਾਨੂੰ ਰਫ਼ਤਾਰ ਨਾਲੋਂ ਆਪਣਾ ਧਿਆਨ ਸਹੀ ਕੀ ਦਬਾਉਣ ਉੱਤੇ ਵੱਧ ਰੱਖਣਾ ਚਾਹੀਦਾ ਹੈ। ਮਤਲਬ ਪਹਿਲਾਂ ਤੇਜ਼ੀ ਕਰਨ ਨਾਲੋਂ ਪਹਿਲਾਂ ਤੁਸੀਂ ਟੈਕਨੀਕ ਸਿੱਖੋ ਕਿ ਕਿਸ ਤਰ੍ਹਾਂ ਨਾਲ ਤੁਸੀਂ ਕਿਹੜੀ ਉਂਗਲ ਨਾਲ ਕੀ ਟਾਈਪ ਕਰਨਾ ਹੈ। ਜਿਵੇਂ ਜਿਵੇਂ ਤੁਹਾਨੂੰ ਪ੍ਰੈਕਟਿਸ ਹੁੰਦੀ ਜਾਏਗੀ ਉਵੇਂ ਟਾਈਪਿੰਗ ਤੁਹਾਡੀ ਫਾਸਟ ਹੁੰਦੀ ਜਾਏਗੀ। ਕੀਬੋਰਡ ਉੱਤੇ ਨਾ ਦੇਖਣਾ, ਵੀ ਕੀਬੋਰਡ ਤੇ ਦੇਖ ਕੇ ਨਹੀਂ ਟਾਈਪ ਕਰਨਾ। ਲਗਾਤਾਰ ਆਰਾਮ ਨਾਲ ਅਤੇ ਸਹੀ ਟਾਈਪ ਕਰਨ ਵੱਲ ਧਿਆਨ ਰੱਖੋ। ਜਿਵੇਂ ਜਿਵੇਂ ਅਸੀਂ ਹਰ ਇੱਕ ਕੀ ਨੂੰ ਦਬਾਉਂਦੇ ਹਾਂ ਸਾਨੂੰ ਉਹ ਅੱਖਰ ਆਪਣੇ ਆਪ ਮਨ ਵਿੱਚ ਦੁਹਰਾਉਣਾ ਚਾਹੀਦਾ ਹੈ। ਤੇ ਬੈਠਣ ਦਾ ਤਰੀਕਾ ਸਭ ਤੋਂ ਜ਼ਰੂਰੀ ਹੁੰਦਾ ਹੈ। ਹੁਣ ਜਿਵੇਂ ਕਿ ਇਸ ਪਿਕਚਰ ਦੇ ਵਿੱਚ ਦੇਖ ਰਹੇ ਹੋ ਤੁਸੀਂ, ਟਾਈਪਿੰਗ ਕਰਦੇ ਸਮੇਂ ਸਾਨੂੰ ਬੈਠਣ ਦੇ ਸਹੀ ਤਰੀਕੇ ਬਾਰੇ ਪਤਾ ਹੋਣਾ ਚਾਹੀਦਾ ਹੈ। ਹਮੇਸ਼ਾ ਤੁਹਾਡੀਆਂ ਕੂਣੀਆਂ ਅਤੇ ਤੁਹਾਡੀ ਰੀੜ੍ਹ ਦੀ ਹੱਡੀ ਦੇ ਵਿੱਚ 90 ਡਿਗਰੀ ਦਾ ਐਂਗਲ ਹੋਣਾ ਚਾਹੀਦਾ। 90 ਤੋਂ 110, 90 ਤੋਂ 110 ਡਿਗਰੀ ਦਾ। ਇਸ ਤੋਂ ਜ਼ਿਆਦਾ ਤੇ ਇਸ ਤੋਂ ਘੱਟ ਤੁਹਾਡੀ ਸਿਹਤ ਤੇ ਅਤੇ ਤੁਹਾਡੀ ਬਾਡੀ ਤੇ ਬਹੁਤ ਅਸਰ ਪਾਉਂਦਾ ਹੈ। ਸਾਡੇ ਪੈਰ ਜ਼ਮੀਨ ਉੱਤੇ ਸਿੱਧੇ ਹੋਣੇ ਚਾਹੀਦੇ ਹਨ। ਕੰਪਿਊਟਰ ਦਾ ਮੋਨੀਟਰ ਸਾਡੀਆਂ ਅੱਖਾਂ ਦੇ ਬਰਾਬਰ ਸਾਹਮਣੇ ਹੋਣਾ ਚਾਹੀਦਾ ਹੈ ਕਿ ਅੱਖਾਂ ਦੇ ਸਾਹਮਣੇ ਸਿੱਧੇ ਸੀਧ ਦੇ ਵਿੱਚ ਹੋਵੇ। ਸਾਡੀ ਨਜ਼ਰ ਮੋਨੀਟਰ ਉੱਤੇ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ, ਨਾ ਕਿ ਕੀਬੋਰਡ ਦੇ ਉੱਤੇ। ਸਾਡੀਆਂ ਉਂਗਲੀਆਂ ਗੁਲਾਈ ਵਿੱਚ ਅਤੇ ਹੋਮ ਰੋ ਕੀਜ਼ ਉੱਤੇ ਹੋਣੀਆਂ ਚਾਹੀਦੀਆਂ। ਸਾਨੂੰ ਹਰ ਕੀ ਨੂੰ ਜਲਦੀ ਨਾਲ ਦਬਾ ਕੇ ਮੁੜ ਹੋਮ ਰੋ ਸਿਕ੍ਰੀਸ਼ਨ ਆਉਣਾ ਚਾਹੀਦਾ ਹੈ। ਹੁਣ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਹੈ, ਆਪਣੀਆਂ ਬਾਹਾਂ ਜਾਂ ਹੱਥ ਨੂੰ ਕਿਸੇ ਡੈਸਕ ਤੇ ਟਿਕਾ ਕੇ ਨਾ ਰੱਖੋ। ਜੇ ਤੁਸੀਂ ਉਸ ਨੂੰ ਆਰਾਮਦਾਇਕ ਪੋਜੀਸ਼ਨ ਲੈ ਜਾਂਦੇ ਹੋ ਤਾਂ ਤੁਹਾਡੀ ਹੱਥਾਂ ਦੀ ਮੂਵਮੈਂਟ ਘਟ ਜਾਂਦੀ ਹੈ। ਇਸੇ ਤਰ੍ਹਾਂ ਤੁਹਾਡੀ ਟਾਈਪਿੰਗ ਦੀ ਸਪੀਡ ਵੀ ਘਟ ਜਾਂਦੀ ਹੈ। ਲਗਾਤਾਰ ਟਾਈਪਿੰਗ ਕਰਨ ਉਪਰੰਤ ਹੋਣ ਵਾਲੇ ਤਣਾਅ ਤੋਂ ਬਚਣ ਲਈ ਕੁਝ ਸੁਝਾਅ। ਜਦੋਂ ਆਪਾਂ ਜ਼ਿਆਦਾ ਟਾਈਮ ਟਾਈਪਿੰਗ ਕਰਦੇ ਹਾਂ ਤਾਂ ਬਹੁਤ ਸਾਰਾ ਸਰੀਰ ਨੂੰ ਤਣਾਅ ਪਹੁੰਚਦਾ ਹੈ, ਥੱਕ ਜਾਂਦੇ ਹਾਂ। ਇਸ ਲਈ ਕੁਝ ਸੁਝਾਅ ਹਨ। ਆਪਣੇ ਕੰਪਿਊਟਰ ਦੇ ਸਾਹਮਣੇ ਸਹੀ ਢੰਗ ਨਾਲ ਬੈਠੋ। ਸਾਡੀ ਸਕਰੀਨ ਸਾਡੇ ਤੋਂ 2 ਫੁੱਟ ਦੂਰ ਹੋਣੀ ਚਾਹੀਦੀ ਹੈ ਅਤੇ ਸਾਡੀ ਕਾਪੀ ਸਾਡੀਆਂ ਅੱਖਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ। ਜੇਕਰ ਕੁਰਸੀ ਉੱਤੇ ਬੈਠੇ ਹੋ ਤਾਂ ਸਾਡੇ ਗੋਡੇ 90 ਡਿਗਰੀ ਤੇ ਮੁੜੇ ਹੋਣੇ ਚਾਹੀਦੇ ਹਨ ਅਤੇ ਸਾਡੇ ਪੈਰ ਜ਼ਮੀਨ ਤੇ ਸਿੱਧੇ ਹਨ, ਤਾਂ ਸਾਡੀ ਕੁਰਸੀ ਉਚਾਈ ਬਿਲਕੁਲ ਸਹੀ ਹੈ। ਆਪਣੇ ਕੀਬੋਰਡ ਨੂੰ ਇਸ ਤਰ੍ਹਾਂ ਸੈੱਟ ਕਰੋ ਕਿ ਉਹ ਬਿਲਕੁਲ ਸਿੱਧਾ ਅਤੇ ਪਿੱਛੋਂ ਹਲਕਾ ਜਿਹਾ ਉੱਠਿਆ ਹੋਵੇ। ਆਪਣੇ ਕੀਬੋਰਡ ਨੂੰ ਹਮੇਸ਼ਾ ਹੇਠਾਂ ਵੱਲ ਝੁਕਿਆ ਹੋਣਾ ਰੱਖੋ। ਟਾਈਪਿੰਗ ਕਰਦੇ ਸਮੇਂ ਆਪਣੇ ਗੁੱਟਾਂ ਨੂੰ ਸਿੱਧੇ ਰੱਖੋ ਅਤੇ ਕੂਣੀਆਂ ਨੂੰ 90 ਡਿਗਰੀ ਦੇ ਐਂਗਲ ਤੇ ਮੋੜੋ। ਮਤਲਬ ਜਦੋਂ ਤੁਸੀਂ ਟਾਈਪਿੰਗ ਕਰਨੀ ਹੈ ਤੁਹਾਡੀਆਂ ਕੂਣੀਆਂ ਤੇ 90 ਡਿਗਰੀ ਐਂਗਲ ਤੇ ਹੋਣੇ ਚਾਹੀਦੇ ਹਨ। ਆਪਣੇ ਕੀਬੋਰਡ ਨੂੰ ਹੇਠਾਂ ਵੱਲ ਝੁਕਿਆ ਹੋਇਆ ਰੱਖੋ। ਟਾਈਪਿੰਗ ਕਰਦੇ ਸਮੇਂ ਆਪਣੇ ਗੁੱਟਾਂ ਨੂੰ ਸਿੱਧੇ, ਕੂਣੀਆਂ 90 ਡਿਗਰੀ ਨਾਲ ਰੱਖਣਾ ਪੈਂਦਾ ਹੈ। ਜਦੋਂ ਅਸੀਂ ਟਾਈਪਿੰਗ ਨਹੀਂ ਕਰ ਰਹੇ ਹਾਂ ਤਾਂ ਸਾਨੂੰ ਆਪਣੇ ਗੁੱਟਾਂ ਨੂੰ ਆਰਾਮ ਦੇਣਾ ਚਾਹੀਦਾ ਹੈ। ਟਾਈਪਿੰਗ ਦੌਰਾਨ ਇੱਕ ਵੱਡੇ ਅੰਤਰਾਲ ਦੀ ਜਗ੍ਹਾ ਥੋੜੇ ਸਮੇਂ ਲਈ ਆਰਾਮ ਕਰੋ। ਮਤਲਬ ਜ਼ਿਆਦਾ ਟਾਈਮ ਟਾਈਪ ਕਰਨ ਦੇ ਨਾਲੋਂ ਲਗਾਤਾਰ ਟਾਈਪ ਕਰਨ ਦੇ ਨਾਲੋਂ ਥੋੜਾ ਟਾਈਮ ਟਾਈਪ ਕਰੋ, ਫਿਰ ਗੁੱਟਾਂ ਨੂੰ ਆਰਾਮ ਦਿਓ, ਥੋੜਾ ਆਰਾਮ ਦਿਓ, ਫਿਰ ਸ਼ੁਰੂ ਕਰ ਦਿਓ। ਇਸ ਨਾਲ ਜ਼ਿਆਦਾ ਤਣਾਅ ਨਹੀਂ ਪੈਂਦਾ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਅੰਤਰਾਲ ਦੌਰਾਨ ਆਪਣੀਆਂ ਬਾਹਾਂ ਨੂੰ ਖਿੱਚੋ ਅਤੇ ਆਪਣੇ ਬਾਹਾਂ ਨੂੰ ਕਸਰਤ ਨਾਲ ਮਜ਼ਬੂਤ ਬਣਾਓ।
ਰੋਜ਼ਾਨਾ ਕਸਰਤ ਕਰੋ, ਇਸ ਨਾਲ ਸਾਡਾ ਸਰੀਰ ਟਾਈਪਿੰਗ ਕਰਨ ਉਪਰੰਤ ਹੋਣ ਵਾਲੇ ਤਣਾਅ ਤੋਂ ਬਚਣ ਵਿੱਚ ਮਦਦ ਕਰਦਾ ਹੈ। ਮਤਲਬ ਜੇ ਤੁਹਾਡੀ ਬਾਡੀ ਦੀ ਸਟ੍ਰੈਚਿੰਗ ਹੈ, ਚੰਗਾ ਖਿੱਚਿਆ ਹੈ, ਤਾਂ ਜਦੋਂ ਸਰੀਰ ਥੱਕ ਜਾਵੇਗਾ ਤਾਂ ਆਪਣੇ ਆਪ ਠੀਕ ਹੋ ਜਾਵੇਗਾ, ਛੇਤੀ ਠੀਕ ਹੋ ਜਾਵੇਗਾ। ਹੁਣ ਇਸ ਚੈਪਟਰ ਦੇ ਵਿੱਚੋਂ, ਇਸ ਪਾਠ ਦੇ ਵਿੱਚੋਂ ਕੁਝ ਖਾਸ ਯਾਦ ਰੱਖਣ ਵਾਲੀਆਂ ਗੱਲਾਂ। ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਬਿਨਾਂ ਕੀਬੋਰਡ ਨੂੰ ਦੇਖੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨਾ ਸਿੱਖਦੇ ਹਾਂ। ਕੀਬੋਰਡ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਪਹਿਲਾ ਖੱਬਾ ਪਾਸਾ ਤੇ ਦੂਸਰਾ ਸੱਜਾ ਪਾਸਾ। ਖੱਬੇ ਪਾਸੇ ਵਾਲੀਆਂ ਕੀ ਹਮੇਸ਼ਾ ਹੱਥ ਦੀਆਂ ਉਂਗਲੀਆਂ ਨਾਲ ਦੱਬੀਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਸੱਜੇ ਪਾਸੇ ਵਾਲੀਆਂ ਸੱਜੇ ਹੱਥ ਦੀਆਂ ਉਂਗਲੀਆਂ ਨਾਲ। ਅੰਕਾਂ ਨੂੰ ਦਾਖਲ ਕਰਵਾਉਣ ਲਈ ਬਹੁਤ ਹੀ ਪ੍ਰਭਾਵਸ਼ਾਲੀ ਤੇ ਤੇਜ਼ ਤਰੀਕਾ ਹੈ ਨੂਮੈਰਿਕ ਕੀਪੈਡ। ਇਹ ਕੀਬੋਰਡ ਦੇ ਸੱਜੇ ਪਾਸੇ ਹੁੰਦਾ ਹੈ। ਦੋ ਸ਼ਬਦਾਂ ਵਿੱਚ ਖਾਲੀ ਥਾਂ ਸਪੇਸ ਛੱਡਣ ਲਈ ਸਪੇਸ ਬਾਰ ਦਬਾਉਂਦੇ ਹਾਂ। ਸਪੇਸ ਬਾਰ ਦਬਾਉਣ ਲਈ ਅਸੀਂ ਸੱਜੇ ਹੱਥ ਦੇ ਅੰਗੂਠੇ ਦੀ ਵਰਤੋਂ ਕਰਦੇ ਹਾਂ। ਬੈਕ ਸਪੇਸ ਕਰਸਰ ਦੇ ਖੱਬੇ ਪਾਸੇ ਦੇ ਅੱਖਰ ਨੂੰ ਮਿਟਾਉਣ ਲਈ ਵਰਤੀ ਜਾਂਦੀ ਹੈ। ਅਨਮੋਲ ਲਿਪੀ ਫੌਂਟ ਰਾਹੀਂ ਅਸੀਂ ਆਸਾਨੀ ਨਾਲ ਟਾਈਪਿੰਗ ਪੰਜਾਬੀ ਵਿੱਚ ਕਰ ਸਕਦੇ ਹਾਂ। ਸਾਡੇ ਹੱਥ ਉਂਗਲਾਂ ਦੀ ਸਥਿਤੀ ਹਮੇਸ਼ਾ ਹੋਮ ਰੋ ਤੇ ਹੋਣੀ ਚਾਹੀਦੀ ਹੈ। ਮੈਂ ਹਮੇਸ਼ਾ ਰਿਪੀਟ ਕਰਦਾ, ਇਹ ਬਹੁਤ ਜ਼ਰੂਰੀ ਹੈ ਟਾਈਪਿੰਗ ਕਰਨ ਵੇਲੇ। ਹੋਮ ਰੋ ਤੇ ਪ੍ਰੈਸ ਕਰਨਾ, ਸਾਨੂੰ ਹਮੇਸ਼ਾ ਇਸ ਸਥਿਤੀ ਤੋਂ ਸ਼ੁਰੂ ਕਰਨਾ ਤੇ ਵਾਪਸ ਆਉਣਾ ਚਾਹੀਦਾ ਹੈ। ਐਂਟਰ ਕੀ, ਇਹ ਕੀ ਦੀ ਵਰਤੋਂ ਅਸੀਂ ਅਗਲੀ ਲਾਈਨ ਤੇ ਜਾਣ ਲਈ ਵਰਤਦੇ ਹਾਂ। ਸਾਨੂੰ ਰਫ਼ਤਾਰ ਨਾਲੋਂ ਆਪਣਾ ਧਿਆਨ ਸਹੀ ਕੀ ਦਬਾਉਣ ਤੇ ਵੱਲ ਰੱਖਣਾ ਚਾਹੀਦਾ ਹੈ। ਰਫ਼ਤਾਰ ਆਪਣੇ ਆਪ ਹੀ ਸਮੇਂ ਦੇ ਅਭਿਆਸ ਨਾਲ ਆਪਣੇ ਆਪ ਤੇਜ਼ ਹੋ ਜਾਂਦੀ ਹੈ। ਸੋ ਇਸ ਚੈਪਟਰ ਦੀਆਂ ਪ੍ਰੈਕਟਿਸ ਕਰੋ, ਆਪਣੇ ਕੀਬੋਰਡ ਦੇ ਉੱਤੇ ਟਾਈਪਿੰਗ ਕਰਕੇ ਦੇਖੋ ਅਤੇ ਸਿੱਧੇ ਬੈਠਣ ਦਾ ਤਰੀਕਾ ਵੀ ਸਿੱਖੋ। ਧੰਨਵਾਦ।